वाहे हरि गुण गावत तनिए संसार बड़ पागी पाइए बड़ पागी पाइए पूरे खरे अबार जो जन करे कीर्तन गोपाल तिसको पोहे ना सके जमकाल जग में आया सो परवान अपना खसम अपना खसम पछाण हरे गुण गावत तरिए संसार बड़ पागी पाइए मूर्ख अपार मूर्ख अपार बड़ पागी मेरा प्रभ मिले 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 ताऊ तेरे सब वियोग Oh
दोसन काम जोगे दोसन काम जोगे परमेश्वर ते भुल्लिया परमेश्वर ते भुल्लिया व्यापन सबे लोगे व्यापन सबे लोगे नानक को प्रभु राख ले मेरे साहिब बंदे मोज नानक को प्रभु राख ले मेरे साहिब बंदे मोज कब तक होवे साध संग बिन से सब सोच बिन से सब सोच बड़ भागी मेरा प्रभु मिले बड़ भागी मेरा प्रभु मिले बड़ भागी मेरा प्रभु मिले ना उतरे सब
ਸ਼ਹੀਦਾਂ ਦੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਫੁਰਮਾਨ 12 ਮਾਹ ਮਾਝ ਸਿਮੇਤ ਹੇਠ ਕੱਤਕ ਮਹੀਨੇ ਦੇ ਪ੍ਰਤੀ ਸਤਿਗੁਰੂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਕੀ ਫੁਰਮਾਨ ਕਰ ਰਹੇ ਨੇ? ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਬੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭ ਵਿਯੋਗ ਨਾਨਕ ਕੋ ਪ੍ਰਭ ਰਾਖ ਲਿਹੇ ਮੇਰੇ ਸਾਹਿਬ ਬੰਦੀ ਮੋਚ ਕੱਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ ਕੱਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਆਖਰੀ ਪੰਕਤੀ ਵਿੱਚ ਸਤਿਗੁਰਾਂ ਨੇ ਫੁਰਮਾਨ ਬਖਸ਼ਿਸ਼ ਕੀਤਾ ਕਿ ਕੱਤਕ ਮਹੀਨੇ ਦੀ ਸੁਹਾਵਣੀ ਰੁੱਤ ਜਿਸ ਬਾਰੇ ਦੱਸਿਆ ਗਿਆ ਹੈ ਕਿ ਨਾ ਜ਼ਿਆਦਾ ਗਰਮੀ ਤੇ ਨਾ ਜ਼ਿਆਦਾ ਠੰਡ ਤੇ ਕੱਤਕ ਮਹੀਨੇ ਦੀ ਸੁਹਾਵਣੀ ਰੁੱਤ ਵਿੱਚ ਜਿਸ ਨੂੰ ਸਾਧ ਸੰਗਤ ਪ੍ਰਾਪਤ ਹੋ ਗਈ, ਸਤ ਸੰਗਤ ਪ੍ਰਾਪਤ ਹੋ ਗਈ ਨਾ, ਤਾਂ ਪਰਮੇਸ਼ਰ ਦੇ ਵਿਛੋੜੇ ਤੋਂ ਜੋ ਦੁੱਖ ਝੋਰੇ ਜ਼ਿੰਦਗੀ ਵਿੱਚ ਵਿਆਪ ਰਹੇ ਸਨ, ਦੁੱਖ ਕਸ਼ਟ ਜੀਵਾਤਮਾ ਭੋਗ ਰਹੀ ਸੀ ਪਰਮੇਸ਼ਰ ਤੋਂ ਵਿਛੜ ਕੇ, ਪਰ ਸਾਧ ਸੰਗਤ ਪ੍ਰਾਪਤ ਹੋ ਗਈ ਤੇ ਸਾਰੇ ਦੁੱਖ ਮਿਟ ਜਾਂਦੇ ਨੇ। ਕੱਤਕ ਹੋਵੇ ਸਾਧ ਸੰਗ ਬਿਨਸਹਿ ਸਭੇ ਸੋਚ। ਵਿਸਥਾਰ ਨਾਲ ਸਤਿਗੁਰਾਂ ਨੇ ਇਸ ਫੁਰਮਾਨ ਦੇ ਅੰਦਰ ਸਮਝਾਉਣਾ ਕੀਤਾ ਹੈ। ਪਹਿਲੀ ਪੰਕਤੀ ਵਿੱਚ ਕੀ ਆਖਿਆ? ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਕਿ ਕੱਤਕ ਦੀ ਸੁਹਾਵਣੀ ਰੁੱਤ ਵਿੱਚ ਵੀ ਜੇਕਰ ਪ੍ਰਭੂ ਪਤੀ ਤੋਂ ਵਿਛੋੜਾ ਹੈ, ਪਰਮੇਸ਼ਰ ਤੋਂ ਵਿਛੋੜਾ ਹੈ, ਤਾਂ ਇਹ ਜੀਵ ਦੇ ਆਪਣੇ ਕੀਤੇ ਕਰਮਾਂ ਦੇ ਸਦਕਾ। 12 ਮਹਾਮਾਜ ਦੀ ਪਹਿਲੀ ਪੰਕਤੀ ਵਿੱਚ ਵੀ ਇਹੋ ਫਰਮਾਇਆ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕੀਤੇ ਕਰਮਾਂ ਦੀ ਬਦੌਲਤ, ਕਮਾਏ ਕਰਮਾਂ ਦੇ ਫਲ ਸਰੂਪ ਜੀਵ ਆਤਮਾ ਦਾ ਵਿਛੋੜਾ ਹੋ ਗਿਆ ਹੈ ਉਸ ਪਰਮੇਸ਼ਰ ਤੋਂ। ਇਹ ਦੋਸ਼ ਕਿਸੇ ਹੋਰ ਦਾ ਨਹੀਂ, ਪਰਮੇਸ਼ਰ ਤੋਂ ਦੂਰੀ ਹੈ, ਪਰਮੇਸ਼ਰ ਤੋਂ ਵਿਛੋੜਾ ਹੈ, ਕਿਸੇ ਹੋਰ ਦਾ ਦੋਸ਼ ਨਹੀਂ। ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਕਿਸੇ ਹੋਰ ਪ੍ਰਤੀ ਕੋਈ ਦੋਸ਼ ਨਹੀਂ। ਕੀਤੇ ਕਰਮਾਂ ਦੇ ਫਲ ਸਰੂਪ, ਆਪਣੇ ਕਰਮਾਂ ਦੇ ਫਲ ਸਰੂਪ ਪਰਮੇਸ਼ਰ ਤੋਂ ਦੂਰੀ ਹੈ ਤੇ ਫਿਰ ਇਸ ਦੂਰੀ ਕਰਕੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮੇਸ਼ਰ ਦੀ ਯਾਦ ਖੁੰਝ ਗਈ ਹੈ, ਪਰਮੇਸ਼ਰ ਨੂੰ ਵਿਸਾਰ ਦਿੱਤਾ ਹੈ। ਉਸ ਦੇ ਚਿੰਤਨ ਤੋਂ, ਸਿਮਰਨ ਤੋਂ ਖੁੰਝਣ ਕਰਕੇ ਫਿਰ ਜੀਵ ਨੂੰ ਸਭ ਤਰ੍ਹਾਂ ਦੇ ਦੁੱਖ ਕਲੇਸ਼ ਆ ਵਿਆਪਦੇ ਨੇ। ਦੁੱਖ ਕਲੇਸ਼ਾਂ ਵਿੱਚ ਘਿਰ ਜਾਂਦਾ ਹੈ ਇਹ ਜੀਵ ਤੇ ਦੁੱਖਾਂ ਕਲੇਸ਼ਾਂ ਸੰਤਾਪਾਂ ਦੀ ਮਾਰ ਹੇਠ ਪਰਮੇਸ਼ਰ ਤੋਂ ਹੋਰ ਦੂਰ ਹੁੰਦਾ ਜਾਂਦਾ ਹੈ। ਕਿਵੇਂ ਦੂਰ ਹੁੰਦਾ ਜਾਂਦਾ ਹੈ? ਦੁੱਖਾਂ ਵਿੱਚ ਰੱਬ ਨੂੰ ਧਿਆਉਣਾ ਹੋਰ ਵੀ ਔਖਾ ਹੋ ਜਾਂਦਾ ਹੈ, ਕਿਉਂਕਿ ਜੀਵ ਸ਼ਿਕਾਇਤਾਂ ਦੇ ਰਸਤੇ ਪੈ ਜਾਂਦਾ ਹੈ। ਰੋਸ, ਸ਼ਿਕਵੇ, ਉਲਾਮੇ ਜ਼ਿੰਦਗੀ ਵਿੱਚ ਆ ਜਾਂਦੇ ਨੇ। ਜੇ ਦੁੱਖ ਆਉਂਦੇ ਨੇ, ਇਹ ਦੁੱਖ ਮੈਨੂੰ ਕਿਉਂ ਆ ਗਿਆ, ਇਹ ਪੀੜਾ ਮੈਨੂੰ ਕਿਉਂ ਆ ਗਈ, ਇਹ ਕਸ਼ਟ ਮੈਨੂੰ ਕਿਉਂ ਹੈ। ਤਾਂ ਐਸੀਆਂ
शिकायतां विच रोसां विच जिंदगी घिर जांदी है, रब फिर भी याद नहीं आउंदा। कीते कर्मां करके विछोड़ा होया, विछोड़े करके दुख आए ते फिर दुखां विच होर दूरी बनाई जांदा है जीव। बेमुख होए राम ते लगन जन्म विजोग। सतगुरु आख रहे ने कि जिन्हां ने इस मनुखा जन्म नूं पा के भी रब वल्लों मूंह मोड़ी रखिया। हुण पहला गल कीती हां कि दुखां कलेशां विच होर दूर हो जांदा है रब तों। दुखां कलेशां विच भी नेड़े हो सकदा है जेकर भाणे नूं धारण कर लवे, भाणे वाले रस्ते आ जाए कि जो दुख मिलिया है स्वीकार करे कि परमेश्वर दा भाणा है, मेरे कीते कर्मां दा फल स्वरूप है। सतगुरु पंचम पातशाह श्री सुखमनी साहिब बाणी विच भी आख रहे ने, मन मूर्ख काहे बिरलाइए। दुख करके जीव बिलकदा है, पर सतगुरु समझा रहे ने मन मूर्ख काहे बिरलाइए, पूर्व लिखे का लिखिया पाइए। दुख सुख प्रभ देवनहार, अवर त्याग तू तिसै चितार। जो कछ करे सोई सुखमान, भूला काहे फिरै अजान। दुखां विच जीव नूं भुल्लण तों बचाउंदे ने, सुचेत करदे ने कि दुखां नूं स्वीकार कर, भाणे विच आ ते दुख मिट जाणगे। पर जीव परमेश्वर तो मूंह मोड़ लैंदा है, शिकवियां दे रस्ते पैंदा है ते होर दुख सहेड़दा है, दुख नहीं मिटदे। बेमुख होए राम ते लगन जन्म विजोग। मनुखा जन्म नूं पाके भी रब वल्लों बेमुख होए रहे, मुख मोड़ी रखिया ते फिर लम्मे विछोड़े पै जांदे ने। जम जम मरै, मरै फिर जमै, बहुत सजाए पया देस लम्मै। कैसे लम्मे विछोड़े, जन्मा जन्मा दे विछोड़े, 84 लख जूना दा चक्कर पै जांदा है। ऐसी दूरी पै जांदी है परमेश्वर तो कि मिलना औखा हो जाता है। खिन मह कौड़े होए गए, जितड़े माया भोग। माया दियां मौजां विच रसां कसां विच भुल जांदा है परमेश्वर नूं, ते ए माया दियां मौजां जिन्हां विच भुल जांदा है परमेश्वर नूं, ए सब एक पल विच दुखदाई हो जांदियां ने। विच ना कोई कर सकै, किस थै रोवै रोज। रब्बी विछोड़े करके जीव दुख हंडाउंदा है ते इस दुखी हालत विच किसे पास रोने रोण दा कोई लाभ नहीं हुंदा। दुख है विछोड़े दा, विछोड़े नूं दूर करन लई कोई विचोलापन नहीं कर सकदा। कीता किछु ना होवई, लिखिया धुर संजोग। कोई पेश नहीं जांदी जीव दी, कर्मां दा लेख है, लेख लिखे गए ने। लेख ना मिटई हे सखी, जो लिखिया करतार। लेखां दे अनुसार ही सब वरतदा है ते अगे आख्या, वड भागी मेरा प्रभ मिलै, तां उतरै है सब वियोग। पर कोई चंगा भाग जागृत हो जावे, चंगा भाग उजागर हो जाए। पूर्व कर्म अंकुर जब प्रगटे, भेट्यो पुरख रसक बैरागी। मिट्यो अंधेर मिलत हर नानक, जन्म जन्म की सोई जागी। कोई चंगा भाग उजागर होवे ते परमेश्वर आप आ मिले ते विछोड़े तो पैदा होए सारे दुख मिट जाते हैं। सब दुखां तो निवृत्ति हो जाती। कीते कर्मां दे दुख हंडा रहा है जीव,
ਤੇ ਫਿਰ ਚੰਗਾ ਭਾਗ ਕਿਵੇਂ ਜਾਗਰਿਤ ਕਰੇ। ਹੁਣ ਆਖਿਆ ਕਿ ਦੁੱਖ ਹੰਢਾਰੇ ਆਏ ਕੀਤੇ ਕਰਮਾਂ ਕਰਕੇ, ਫਿਰ ਕਿਵੇਂ ਜਾਗਰਿਤ ਹੋਵੇ ਚੰਗਾ ਭਾਗ। ਇੱਕ ਪੱਖ ਹੈ ਕਿ ਦੁੱਖ ਲਈ ਰੋਸ ਕਰੇ, ਦੂਜਾ ਪੱਖ ਹੈ ਕਿ ਆਪਣੇ ਕਰਮਾਂ ਦੇ ਲੇਖ ਮਿਟਾਉਣ ਲਈ ਪ੍ਰਭੂ ਦੇ ਦਰ ਤੇ ਢਹਿ ਪਏ। ਇਹ ਹੈ ਚੰਗਾ ਭਾਗ ਉਜਾਗਰ ਕਰਨ ਦਾ ਰਸਤਾ। ਪਰਮੇਸ਼ਰ ਦੇ ਦਰ ਤੇ ਢਹਿ ਪਏ, ਲੇਖੈ ਕਤਹਿ ਨਾ ਛੁੱਟੀ ਹੈ। ਖਿਨ ਖਿਨ ਭੁੱਲਨਹਾਰ, ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਆਪਣੇ ਗੁਨਾਹਾਂ ਦਾ ਇਕਬਾਲ ਕਰੇ, ਬਖਸ਼ਿਸ਼ ਲਈ ਬੇਨਤੀ ਕਰੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ। ਬੇਨਤੀ ਕਰੇ ਮੇਲ ਲੇਵੋ ਦਇਆਲ, ਢਹਿ ਪਏ ਦੁਆਰਿਆ, ਰੱਖ ਲੇਵੋ ਦੀਨ ਦਇਆਲ, ਭ੍ਰਮਤ ਬਹੁ ਹਾਰਿਆ। ਜੋਗੜੀ ਕਰੇ ਪਰਮੇਸ਼ਰ ਅੱਗੇ, ਤੇ ਫਿਰ ਪਰਮੇਸ਼ਰ ਦਾ ਇਹ ਬਿਰਦ ਦੇ, ਜੋ ਸਰਣ ਆਵੇ ਤਿਸ ਕੰਠ ਲਾਵੇ। ਮੇਟ ਲੈਂਦਾ ਏ ਉਹ ਪਿਛਲੇ ਔਗਣ, ਬਖਸ਼ ਲੈਂਦਾ ਏ ਗੁਨਾਹਾਂ ਨੂੰ। ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਯੋਗ, ਨਾਨਕ ਕੋ ਪ੍ਰਭ ਰਾਖ ਲੇਗੇ ਮੇਰੇ ਸਾਹਿਬ ਬੰਦੀ ਮੋਚ। ਨਾਨਕ ਨਾਮ ਦੀ ਮੋਹਰ ਲਗਾ ਕੇ ਆਖਦੇ ਨੇ ਕਿ ਦਾਸ ਦੀ ਬੇਨਤੀ ਹੈ, ਐ ਮਾਇਆ ਦੇ ਬੰਧਨਾਂ ਤੋਂ ਬੰਦੀ ਮੋਚ, ਬੰਧਨਾਂ ਤੋਂ ਛੁਡਾਉਣ ਵਾਲੇ ਮਾਲਕ, ਮੈਨੂੰ ਮਾਇਆ ਦੇ ਬੰਧਨਾਂ ਤੋਂ ਤੂੰ ਹੀ ਛਡਾ ਸਕਦਾ ਹੈ। ਕਦ ਤੱਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ। ਕਦ ਤੱਕ ਦੀ ਇਹ ਸੁਹਾਵਣੀ ਰੁੱਤ, ਤੇ ਇਸ ਰੁੱਤ ਵਿੱਚ ਜਿਨ੍ਹਾਂ ਨੂੰ ਸਤ ਸੰਗਤ ਪ੍ਰਾਪਤ ਹੋ ਗਈ, ਸਾਧ ਸੰਗਤ ਮਿਲ ਗਈ, ਗੁਰੂ ਦੀ ਸੰਗਤ ਵਿੱਚ ਮਿਲ ਬੈਠਣ ਦਾ ਸੁਭਾਗ ਪ੍ਰਾਪਤ ਹੋ ਗਿਆ। ਗੁਰ ਉਪਦੇਸ਼ ਸਰਵਣ ਕਰਨ ਦਾ, ਦ੍ਰਿੜ ਕਰਨ ਦਾ ਅਵਸਰ ਪ੍ਰਾਪਤ ਹੋ ਗਿਆ। ਪਾਤਸ਼ਾਹ ਜਿਹਨੇ ਬਿਨ ਸਹਿ ਸਭੇ ਸੋਚ, ਸਭ ਦੁੱਖ ਝੋਰੇ ਕਸ਼ਟ ਸੰਤਾਪ ਕੀਤੇ ਕਰਮ ਉਹਨਾਂ ਦੇ ਮਿਟ ਜਾਂਦੇ ਨੇ। ਇਸੇ ਵਿਚਾਰ ਨੂੰ ਦ੍ਰਿੜ ਕਰਾਉਂਦੇ ਹੋਏ ਪ੍ਰਮਾਣ ਆਇਆ। ਗੁਰੂ ਇਤਿਹਾਸ ਅੰਦਰ ਇੱਕ ਪੁਰਖ ਦਾ ਜ਼ਿਕਰ ਆਇਆ, ਜਿਸ ਦਾ ਨਾਮ ਆਇਆ ਪੰਮਾ ਪੁਰੋਹਿਤ। ਪੰਮਾ ਪੁਰੋਹਿਤ ਇਹ ਕੌਣ ਸੀ? ਕਹਿੰਦੇ ਹਨ ਕਿ ਅਸਲ ਵਿੱਚ ਇਸ ਦਾ ਨਾਮ ਸੀ ਪਰਮਾਨੰਦ। ਪੂਰਾ ਨਾਮ ਸੀ ਪਰਮਾਨੰਦ। ਬਿਲਾਸਪੁਰ ਦੀ ਰਿਆਸਤ ਦਾ ਰਾਜਾ ਸੀ ਭੀਮ ਚੰਦ, ਤੇ ਇਹ ਭੀਮ ਚੰਦ ਦਾ ਵਕੀਲ ਸੀ। ਜਦੋਂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ ਭੀਮ ਚੰਦ ਆਇਆ ਸੀ, ਤਾਂ ਕਹਿੰਦੇ ਹਨ ਕਿ ਪਰਮਾਨੰਦ ਵੀ ਨਾਲ ਹੀ ਆਇਆ ਸੀ। ਤੇ ਉਸ ਤੋਂ ਬਾਅਦ ਬਿਲਾਸਪੁਰ ਦੇ ਰਾਜ, ਪਹਾੜੀ ਰਾਜਿਆਂ ਅਤੇ ਗੁਰੂ ਦਰਬਾਰ ਵਿੱਚ ਜੋ ਵੀ ਕੋਈ ਬਾਤਚੀਤ ਵਾਰਤਾਲਾਪ ਹੁੰਦਾ ਸੀ, ਇਹ ਪਰਮਾਨੰਦ ਹੀ ਕਰਾਇਆ ਕਰਦਾ ਸੀ। ਇਤਿਹਾਸ ਵਿੱਚ ਇਸ ਦਾ ਨਾਮ ਪਰਮਾਨੰਦ ਦੀ ਬਜਾਏ ਪੰਮਾ ਪੁਰੋਹਿਤ ਆਇਆ ਹੈ। ਕਿਉਂ ਆਇਆ? ਕਹਿੰਦੇ ਹਨ ਕਿਉਂਕਿ ਇਸ ਦਾ ਕਿਰਦਾਰ ਜ਼ਿਆਦਾ ਭਲਾ ਨਹੀਂ ਸੀ। ਜਿਸ ਨੂੰ ਅਸੀਂ ਆਖਦੇ ਹਾਂ ਕਿ ਨੈਗੇਟਿਵ ਰੋਲ, ਖੋਟ ਸੀ ਇਸ ਦੇ ਕਿਰਦਾਰ ਵਿੱਚ, ਇਸ ਦੀ ਕਰਨੀ ਵਿੱਚ। ਭਲਾ ਕਰਮ ਨਹੀਂ ਸੀ ਇਸ ਦਾ, ਭਲਾ ਕਿਰਦਾਰ ਨਹੀਂ ਸੀ ਇਸ ਦਾ, ਤਾਂ ਵੀ ਪੂਰੇ ਨਾਮ ਦੀ ਬਜਾਏ ਕਿਹਾ ਗਿਆ ਪੰਮਾ ਪੁਰੋਹਿਤ। ਇਤਿਹਾਸ ਵਿੱਚ ਜ਼ਿਕਰ ਆਇਆ ਕਿ ਕਿਵੇਂ ਭੀਮ ਚੰਦ ਨੇ ਪ੍ਰਸ਼ਾਦੀ ਹਾਥੀ ਅਤੇ ਕਈ ਹੋਰ ਵੀ ਅਨਮੋਲ ਵਸਤਾਂ ਦੀ ਮੰਗ ਕੀਤੀ ਸੀ ਗੁਰੂ ਦਰਬਾਰ ਪਾਸੋਂ। ਪਰ ਹੁਣ ਗੁਰੂ ਦਰਬਾਰ ਦੀ ਮਰਿਆਦਾ ਦੇ ਮੁਤਾਬਿਕ ਨਾ ਹੋਣ ਤੇ ਕਹਿੰਦੇ ਹਨ ਕਿ ਇਸ ਪਰਮਾਨੰਦ ਨੇ ਰਾਜੇ ਭੀਮ ਚੰਦ ਨੂੰ ਬੜਾ ਭੜਕਾਇਆ ਕਿ ਰਾਜ ਸਾਡਾ, ਇਲਾਕਾ ਸਾਡਾ, ਤੇ ਗੁਰੂ ਸਾਨੂੰ ਹੀ ਨਾ ਕਰੇ। ਸਾਨੂੰ ਨਾ ਕਿਵੇਂ ਕਰ ਸਕਦਾ ਹੈ?
गुरु की जरूरत किवें है सानू ना करन दी, राज साडा है, इलाका साडा है। तेज दा भड़काया होया भीम चंद गुरु साहब ते हमले भी करता है। जदों लोहगढ़ दी लड़ाई होई, उस लड़ाई विच भी कहते हैं कि पम्मे पुरोहित दा ही बड़ा हथ सी। किन्ने दिन लड़ाई चलती रही। जदों पहाड़ी राजियां ने वेख्या कि नुकसान ज्यादा हो रहा है ते गल किसी सिरे लग नहीं रही, तो इस पम्मे पुरोहित ने सलाह दी कि आपां एक चिट्ठी लिख के ते आटे दी गऊ बना के कसम खाइए, गुरु नूं आखिए कि एक बार आनंदपुर छड्ड के चले जाओ। एक बार चले जाणगे ते फिर वेख लवांगे की करना है। कलगीधर पिता जी ने आनंदपुर 2 बार छड्डिया है, एक बार नहीं। ये पहली बार का जिक्र है कि जदों इन्हां ने आटे दी गऊ बना के चिट्ठी लिख के कसमां खा के स्नेहा भेजिया, तां गुरु जी सिखां दी सलाह नाल कि अमन कायम रहे, शांति कायम रहे, आनंदपुर छड्डण नूं तैयार हो गए सन ते निर्मोहगढ़ आ गए सन। पर उदों इन्हां सब राजियां ने धोखा कमाउंदे होए फिर हमला कर दिता सी गुरु पातशाह ते ऐसा कपट, ऐसा धरोह कमाउण वाले राजियां दा यह बड़ा सलाहकार बनिया होया सी पम्मा पुरोहित। जदों जदों भी पहाड़ी राजे कोई सुलह जां मशवरा भेजदे तां पम्मा पुरोहित ही गुरु दरबार जांदा सी। नजराने लिया के मत्थे टेकदा, गुरु घर विच रिहा भी करदा सी। इतिहास विच लिखिया कि मुखबरी भी करदा सी। गुरु दरबार दी रिपोर्ट भीमचंद तक भेजदा हुंदा सी। गुरु दरबार दीयां गतिविधियां सब दी रिपोर्ट देंदा सी पहाड़ी राजियां नूं। बहुत मिठियां मिठियां गल्लां करदा गुरु दरबार रह के, बड़ा चुप चुप के मत्थे टेकदा, तां पातशाह वेख के मुस्कुरा छड्डदे। पर कुछ सिख इस दी निमरता, इस दे व्यवहार नूं वेख के प्रभावित हुंदे, तां दशमेश पिता वचन करदे, अपराधी दूना निवै जो हंता निरगाहे, शीस निवाइए क्या थिए जा हृदय कुसुदे जाहे। पातशाह ते जानी जान पुरख घट घट के अंतर की जानत, आख दे कि यह अपराधियां वाला निवना निभदा है, उपरों झुकदा है, पर इस दे अंदर की जहर पल रहा है किसी नूं नहीं पता। इस दे अंदर कपट है। हुण कदे ते यह भीमचंद नूं भड़काउंदा, गुरु जी दे विरुद्ध हमले कराउंदा, ते कदे सलाह मशवरे, सलाह सुलह सफाई करन दे मशवरे देंदा, सलाहां देंदा। ते इस दे मन अंदर कहंदे हन कि हुण हंकार भी पड़ गया सी कि बड़ी मानता है मेरी, जदों चाहां पहाड़ी राजियां ते गुरु जी की लड़ाई करवा देवां, ते जदों चाहां इन्हां नूं सलाह मशवरे लई तैयार कर लवां। गुरु जी भी मेरी सुनदे ने, राजे ते मेरी मनदे ने। कहंदे हन कि रवालसर साहिब भी गुरु साहिब नूं सुलह वास्ते सदन दी सलाह देण वाला ते गुरु जी नूं सदा देण वाला पम्मा पुरोहित ही सी कि तुसी विसाखी दे मेले ते इत्थे आओ, राजियां नाल मिल बैठ के सुलह कर लवो, अपने मसले हल कर लवो। दसदे ने कि एक दिन पिया है, आराम कर रहा है ते सोचां विच खोया होया है, बहुत चलदी है मेरी, सब पासे सुनी जाती है मेरी, सब पासे पुगदी है मेरी। जदों चाहे राजियां नूं गुरु साहब नाल लड़ा देवां, जदों चाहे गुरु साहब वल सुलह दा प्रस्ताव ले जावां, गुरु जी भी मेरी सुन लैंदे ने। तां ऐसे
ਮਨ ਅੰਦਰ ਹੰਕਾਰ ਪਾਲ ਰਿਹਾ ਏ, ਐਸੀਆਂ ਸੋਚਾਂ ਵਿੱਚ ਰੁੱਝਿਆ ਹੋਇਆ ਏ। ਕਹਿੰਦੇ ਹਨ ਕਿ ਉਸੇ ਵਕਤ ਇਸ ਦੇ ਘਰ ਤੋਂ ਇੱਕ ਨੌਕਰ ਆਇਆ ਏ। ਨੌਕਰ ਚਿੱਠੀ ਲੈ ਕੇ ਆਇਆ ਏ। ਚਿੱਠੀ ਲੈ ਕੇ ਪੜ੍ਹੀ। ਪਰਮਾਨੰਦ ਨੇ ਪੜ੍ਹਦਿਆਂ ਹੀ ਚਿਹਰੇ ਦਾ ਰੰਗ ਬਦਲ ਗਿਆ ਹੈ। ਚਿਹਰਾ ਪੀਲਾ ਪੈ ਗਿਆ, ਸਾਰੇ ਹਾਵ ਭਾਵ ਬਦਲ ਗਏ। ਹੁਣੇ ਜੋ ਹੰਕਾਰ ਭਰੀਆਂ ਸੋਚਾਂ ਵਿੱਚ ਖੋਇਆ ਹੋਇਆ ਸੀ ਨਾ, ਪਾਸਾ ਹੀ ਪਲਟ ਗਿਆ ਹੈ। ਕੀ ਹੋ ਗਿਆ? ਬੜਾ ਭੈ-ਭੀਤ ਹੋ ਗਿਆ। ਐਸਾ ਕੀ ਲਿਖਿਆ ਚਿੱਠੀ ਵਿੱਚ? ਚਿੱਠੀ ਵਿੱਚ ਲਿਖਿਆ ਸੀ ਕਿ ਇਸ ਦਾ ਇਕਲੌਤਾ ਪੁੱਤਰ ਜੋ ਹੈ ਉਹ ਸਖਤ ਬਿਮਾਰ ਹੈ, ਦਵਾ ਦਾਰੂ ਚੱਲ ਰਿਹਾ ਹੈ, ਪਰ ਬਚਣ ਦੀ ਉਮੀਦ ਦਿਖ ਨਹੀਂ ਰਹੀ। ਕੋਈ ਦਵਾਈ ਅਸਰ ਨਹੀਂ ਕਰ ਰਹੀ, ਬਚਣ ਦੀ ਕੋਈ ਆਸ ਨਹੀਂ। ਐਨੀ ਖਬਰ ਸੀ ਕਿ ਇਹ ਪੰਮੇ ਪੁਰੋਹਿਤ ਦਾ ਦਿਲ ਡਰ ਗਿਆ, ਡੋਲ ਗਿਆ, ਭੈ-ਭੀਤ ਹੋ ਗਿਆ। ਵਚਨ ਆਇਆ ਨਾ, ਖਿੰਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਜੋ ਹੰਕਾਰ ਦੀ ਖੁਮਾਰੀ ਮੱਤ ਬੁੱਧ ਤੇ ਚੜੀ ਹੋਈ ਸੀ, ਸਭ ਉੱਡ ਗਈ। ਸਰੀਰ ਠੰਡਾ ਪੈ ਗਿਆ, ਜਿਵੇਂ ਸਰੀਰ ਵਿੱਚੋਂ ਜਾਨ ਹੀ ਨਿਕਲ ਗਈ, ਤਾਕਤ ਹੀ ਨਿਕਲ ਗਈ। ਪਰਮੇਸ਼ਰ ਦਾ ਹੁਕਮ ਹੈ ਕਿ ਐ ਬੰਦਿਆ, ਭਲੇ ਕਰਮ ਕਰ, ਜੋ ਕਰੇਗਾ ਸੋ ਭਰੇਗਾ। ਪਰ ਜਿਹੜਾ ਹੁਣ ਗੁਰ ਪਰਮੇਸ਼ਰ ਨਾਲ ਹੀ ਕਪਟ ਕਮਾਵੇ, ਧੋਖਾ ਕਮਾਵੇ, ਦਗਾ ਕਰੇ, ਤੇ ਉਸ ਦਾ ਕੀ ਬਣੇ? ਹੁਣ ਦੁੱਖ ਆਣ ਪਿਆ ਏ, ਕੁਝ ਨਹੀਂ ਸੁਝ ਰਿਹਾ। ਕੋਈ ਸੁਧ ਬੁੱਧ ਨਹੀਂ, ਹੁਣ ਕੁਝ ਨਜ਼ਰ ਨਹੀਂ ਆ ਰਿਹਾ, ਕੋਈ ਰਸਤਾ ਨਹੀਂ ਵਿਖਾਈ ਦੇ ਰਿਹਾ। ਕੀ ਕਰਾਂ, ਕਿੱਧਰ ਜਾਵਾਂ, ਕੀ ਹੋਵੇਗਾ ਹੁਣ, ਕੀ ਵਰਤੇਗਾ ਹੁਣ? ਇਕਲੌਤੇ ਪੁੱਤਰ ਨੂੰ ਹੁਣ ਕਿਵੇਂ ਬਚਾਵਾਂ? ਪੁੱਤਰ ਤੋਂ ਬਿਨਾ ਮੇਰੀ ਜ਼ਿੰਦਗੀ ਕੀ ਹੈ, ਮੇਰੇ ਜੀਵਨ ਦਾ ਮਨੋਰਥ ਕੀ ਹੈ? ਐਸੀ ਬੇਚੈਨੀ ਦੀ ਹਾਲਤ ਵਿੱਚ ਅੰਦਰੋਂ ਸੋਚ ਆਈ ਕਿ ਕਲਗੀਧਰ ਦੇ ਦਰਬਾਰ ਜਾ। ਸੁਣਿਆ ਹੈ, ਵੇਖਿਆ ਹੈ, ਬੜੀਆਂ ਰਹਿਮਤਾਂ ਵਰਤਦੀਆਂ ਨੇ ਉੱਥੇ। ਨਿਮਾਣੇ ਨਿਤਾਣੇ ਜੀਵ ਆਉਂਦੇ ਨੇ ਗੁਰੂ ਦੇ ਦਰ ਤੇ ਖੁਸ਼ੀਆਂ ਆਪਣੀ ਝੋਲੀ ਪਵਾ ਕੇ ਜਾਂਦੇ ਨੇ, ਕਿਉਂਕਿ ਪਾਤਸ਼ਾਹ ਤੇ ਹੈ ਹੀ ਸਾਹਿਬ ਨਿਤਾਣਿਆਂ ਕਾ ਤਾਣ। ਜੋ ਨਿਤਾਣਾ ਬਣ ਕੇ ਆਉਂਦਾ ਏ, ਗੁਰੂ ਉਸੇ ਦਾ ਤਾਣ ਬਣਦਾ ਏ। ਜੋ ਨਿਮਾਣਾ ਬਣ ਕੇ ਆਉਂਦਾ ਏ, ਗੁਰੂ ਉਸੇ ਨੂੰ ਮਾਣ ਬਖਸ਼ਦਾ ਏ। ਪਰ ਦੂਜੇ ਪਾਸੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਹੰਕਾਰੀਆਂ ਮਾਇਆ ਦੇ ਨਸ਼ੇ ਵਿੱਚ ਗ੍ਰਸਤ ਜੀਵਾਂ ਵੱਲ ਤੇ ਉਹ ਪਰਮੇਸ਼ਰ ਪਿੱਠ ਕਰ ਲੈਂਦਾ ਏ। ਪਰ ਜੋ ਨਿਮਾਣੇ ਹੋ ਜਾਂਦੇ ਨੇ, ਨਿਤਾਣੇ ਹੋ ਜਾਂਦੇ ਨੇ, ਉਹਨਾਂ ਨੂੰ ਤਾਣ ਬਖਸ਼ਦਾ ਏ, ਮਾਣ ਬਖਸ਼ਦਾ ਏ। ਸੋਚਦਾ ਏ ਕਿ ਗੁਰੂ ਦੇ ਚਰਨੀ ਪਵਾਂ, ਬੇਨਤੀ ਕਰਾਂ, ਕੀ ਪਤਾ ਖੈਰ ਪਾਏ ਦੇਣ। ਬਖਸ਼ਿਸ਼ਾਂ ਕਰਦੇ ਨੇ, ਸਭ ਤੇ ਕਰਦੇ ਨੇ, ਕੀ ਪਤਾ ਮੇਰੇ ਤੇ ਵੀ ਹੋ ਜਾਏ, ਮੇਰਾ ਦੁੱਖ ਵੀ ਦੂਰ ਹੋ ਜਾਏ। ਹੁਣ ਜਦੋਂ ਗੁਰੂ ਸਾਹਿਬ ਦੇ ਹਜ਼ੂਰ ਗਿਆ, ਤੁਰਿਆ ਜਾ ਰਿਹਾ ਏ, ਹੱਥ ਵਿੱਚ ਪ੍ਰਸ਼ਾਦ ਹੈ, ਤਾਂ ਕਹਿੰਦੇ ਹਨ ਅੱਜ ਇਸ ਦੀ ਤੋਰ ਵਿੱਚ ਹੀ ਫਰਕ ਹੈ, ਅੱਜ ਇਸ ਦੇ ਮੱਥਾ ਟੇਕਣ ਵਿੱਚ ਹੀ ਫਰਕ ਹੈ। ਸਿੱਖ ਵੀ ਵੇਖ ਰਹੇ ਨੇ, ਪੁੱਛ ਰਹੇ ਨੇ ਕਿ ਅੱਜ ਇਸ ਨੂੰ ਕੀ ਹੋ ਗਿਆ ਹੈ, ਫਰਕ ਲੱਗ ਰਿਹਾ ਹੈ। ਇਹ ਪੰਮਾ ਪਹਿਲਾਂ ਵਾਲਾ ਨਹੀਂ, ਅੱਜ ਇਹ ਬਦਲਿਆ ਹੋਇਆ ਲੱਗ ਰਿਹਾ ਹੈ, ਕੁਝ ਫਰਕ ਲੱਗ ਰਿਹਾ ਹੈ, ਸੱਚਮੁੱਚ ਬਦਲਿਆ ਹੋਇਆ ਹੈ। ਅੱਜ ਕੋਈ ਹਉਮੈ ਹੰਕਾਰ ਦਾ ਜੋਸ਼ ਨਹੀਂ ਹੈ ਅੰਦਰ। ਅੱਜ ਨਿਮਾਣਾ ਨਿਤਾਣਾ ਗਰੀਬ ਹੋ ਕੇ ਚੱਲਿਆ ਆ ਰਿਹਾ ਹੈ ਗੁਰੂ ਦਰ ਤੇ। ਪਾਤਸ਼ਾਹ ਦੇ ਹਜ਼ੂਰ ਹੱਥ ਜੋੜ ਬੇਨਤੀ ਕਰਦਾ ਹੈ, ਸੱਚੇ ਪਾਤਸ਼ਾਹ ਖਿਸਕਣ ਲੱਗੀ ਹੈ, ਰੋਕ ਲਵੋ। ਤਾਂ ਕਲਗੀਧਰ ਪਾਤਸ਼ਾਹ ਆਖਦੇ ਨੇ ਕਿ ਭਾਈ ਸਭ ਕਰਮਾਂ ਦੀ ਗਤੀ ਹੈ, ਜੋ ਕਰਮ ਲਿਖੇ ਨੇ ਉਹੀ ਭੁਗਤਦੇ ਨੇ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ।
ਬੇਨਤੀ ਕਰਦਾ ਹੈ ਕਿ ਪਾਤਸ਼ਾਹ ਵਾਸਤਾ ਹੈ ਤੁਹਾਨੂੰ ਸਾਹਿਬਜ਼ਾਦਿਆਂ ਦਾ, ਵਾਸਤਾ ਹੈ ਤੁਹਾਨੂੰ ਬਾਬਾ ਅਜੀਤ ਸਿੰਘ ਜੀ ਦਾ, ਬਾਬਾ ਜੁਝਾਰ ਸਿੰਘ ਜੀ ਦਾ। ਪਾਤਸ਼ਾਹ ਮੇਰੇ ਪੁੱਤਰ ਨੂੰ ਬਚਾ ਲਵੋ, ਉਸਦੇ ਜੀਵਨ ਨੂੰ ਬਚਾ ਲਵੋ। ਤਾਂ ਕਲਗੀਧਰ ਪਾਤਸ਼ਾਹ ਵਚਨ ਕਰਦੇ ਨੇ ਕਿ ਪਰਮਿਆ ਸਰੀਰ ਤੇ ਸਭ ਨਾਸ਼ਵਾਨ ਨੇ, ਤੇਰਾ ਸਰੀਰ ਮੇਰਾ ਸਰੀਰ ਜਿੰਨੇ ਵੀ ਪਰਿਵਾਰ ਦੇ ਜੀਵ ਨੇ ਸਭ ਸਰੀਰ ਨਾਸ਼ਵਾਨ ਨੇ, ਇਹਨਾਂ ਨੇ ਤੇ ਇੱਕ ਦਿਨ ਮਿੱਟੀ ਹੋਣਾ ਹੀ ਹੈ। ਤੂੰ ਉਸ ਰੱਬ ਦਾ ਨਾਮ ਮੰਗ ਲੈ ਜੋ ਥਿਰ ਹੈ, ਸੱਚਾ ਹੈ, ਉਸ ਦਾ ਨਾਮ ਮੰਗ ਲੈ। ਤਾਂ ਕਹਿੰਦਾ ਹੈ ਪਾਤਸ਼ਾਹ ਜੋ ਤੁਸੀਂ ਦਿੰਦੇ ਹੋ ਉਹ ਵੀ ਦੇਵੋ, ਪਰ ਜੋ ਮੈਂ ਵੀ ਮੰਗ ਰਿਹਾ ਹਾਂ ਨਾ, ਜੋ ਦਾਤ ਮੈਂ ਮੰਗ ਰਿਹਾ ਹਾਂ ਮੈਨੂੰ ਉਹ ਵੀ ਦੇਵੋ। ਤਾਂ ਕਲਗੀਧਰ ਪਾਤਸ਼ਾਹ ਬਚਨ ਕਰਦੇ ਨੇ ਕਿ ਠੀਕ ਹੈ, ਜਿੰਦ ਦੇ ਬਦਲੇ ਜਿੰਦ। ਵਚਨ ਕਰ ਦਿੰਦੇ ਨੇ ਕਿ ਹੁਣ ਪੁੱਤਰ ਦਾ ਜੀਵਨ ਚਾਹੁੰਦਾ ਹੈ ਨਾ, ਮੁਖੋਂ ਆਖਦੇ ਨੇ ਕਿ ਜਿੰਦ ਦੇ ਬਦਲੇ ਜਿੰਦ। ਇਹ ਵਚਨ ਸੁਣ ਕੇ ਚੁੱਪ ਕਰ ਗਿਆ, ਸੋਚੀ ਪੈ ਗਿਆ, ਐਡਾ ਸਿੱਧਕੀ ਤੇ ਹੈ ਨਹੀਂ। ਪਰ ਕਹਿੰਦੇ ਹਨ ਕਿ ਜਦੋਂ ਪਾਤਸ਼ਾਹ ਨੇ ਮੁਖੋਂ ਇਹ ਵਚਨ ਕੀਤੇ ਜਿੰਦ ਦੇ ਬਦਲੇ ਜਿੰਦ, ਤਾਂ ਇੱਕ ਸਿੱਖ ਨੇੜੇ ਹੀ ਖਲੋਤਾ ਸੀ, ਕਹਿਣ ਲੱਗਾ ਕਿ ਸੱਚੇ ਪਿਤਾ ਦਾਸ ਦੀ ਜਿੰਦ ਹਾਜ਼ਰ ਹੈ, ਮੇਰੀ ਜਿੰਦ ਹਾਜ਼ਰ ਹੈ। ਤਾਂ ਗੁਰੂ ਪਾਤਸ਼ਾਹ ਬੋਲੇ ਕਿ ਸਿੱਖਾ ਤੂੰ ਜਾਣਦਾ ਹੈ ਕਿ ਪਰਮਾ ਕੌਣ ਹੈ? ਕੀ ਤੈਨੂੰ ਪਤਾ ਹੈ ਇਸ ਦੇ ਬਾਰੇ? ਕੈਸਾ ਬੰਦਾ ਹੈ, ਕੌਣ ਹੈ ਇਹ, ਕੀ ਕਰਦਾ ਹੈ, ਕੀ ਕਮਾਉਂਦਾ ਹੈ? ਫਿਰ ਵੀ ਤੂੰ ਆਪਣੀ ਜਾਨ ਦੇਣ ਨੂੰ ਤਿਆਰ ਹੈ? ਤਾਂ ਸਿੱਖ ਆਖਦਾ ਹੈ ਕਿ ਪਾਤਸ਼ਾਹ ਮੇਰਾ ਪਰਮੇ ਨਾਲ ਕੋਈ ਵਾਸਤਾ ਨਹੀਂ, ਮੇਰਾ ਪਰਮੇ ਦੇ ਕਰਮਾਂ ਨਾਲ ਵੀ ਕੋਈ ਵਾਸਤਾ ਨਹੀਂ। ਮੈਂ ਤੇ ਜਿੰਦ ਤੁਹਾਡੇ ਬਚਨਾਂ ਤੋਂ ਵਾਰਨੀ ਹੈ, ਮੈਂ ਤੇ ਜਿੰਦ ਤੁਹਾਡੇ ਲਈ ਵਾਰਨੀ ਹੈ, ਤੁਹਾਡੇ ਚਰਨਾਂ ਤੋਂ ਵਾਰਨੀ ਹੈ। ਪੰਮੇ ਨੂੰ ਮੈਂ ਕੋਈ ਨਹੀਂ ਜਾਣਦਾ, ਨਹੀਂ ਜਾਣਦਾ। ਤਾਂ ਗੁਰੂ ਪਾਤਸ਼ਾਹ ਬੋਲੇ ਧੰਨ ਸਿੱਖੀ, ਧੰਨ ਸਿੱਖੀ, ਨਿਹਾਲ ਹੋ ਸਿੱਖਾ। ਬਚਨਾਂ ਨਾਲ ਨਿਹਾਲ ਕਰ ਦਿੱਤਾ ਏ ਉਸ ਸਿੱਖ ਨੂੰ ਤੇ ਹੁਣ ਪਰਮਾਨੰਦ ਵੇਖ ਰਿਹਾ ਏ ਕਿ ਗੁਰੂ ਸਾਹਿਬ ਜਾਣੇ ਜਾਣਦੇ, ਮੇਰੀਆਂ ਕਰਨੀਆਂ ਮੇਰੇ ਕਰਮ ਜਾਣਦੇ ਨੇ, ਤੇ ਸਿੱਖ ਵੀ ਸਭ ਜਾਣਦੇ ਨੇ। ਪਰ ਫਿਰ ਵੀ ਮੇਰੇ ਪੁੱਤਰ ਦੀ ਜਾਨ ਬਚਾਉਣ ਲਈ ਆਪਣੀ ਜਾਨ ਵਾਰਨ ਤੱਕ ਜਾ ਰਹੇ ਨੇ। ਬੜਾ ਹੀ ਸ਼ਰਮਿੰਦਾ ਹੋ ਰਿਹਾ ਹੈ ਆਪਣੇ ਆਪ ਤੇ, ਆਪਣੀਆਂ ਕਰਨੀਆਂ ਤੇ ਪਛਤਾ ਰਿਹਾ ਹੈ ਤੇ ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਮਿਹਰ ਕਰੋ, ਔਗਣਿਆਰਾ ਹਾਂ ਮੈਂ, ਮਿਹਰ ਕਰੋ, ਬਖਸ਼ਿਸ਼ ਕਰੋ। ਤਾਂ ਗੁਰੂ ਪਾਤਸ਼ਾਹ ਆਖਦੇ ਨੇ ਕਿ ਪਰਮਿਆ ਸਿੱਧਾ ਹੋ, ਸਰਲ ਹੋ, ਵਿੰਗ ਵਲ ਤਿਆਗ, ਆਪਣੇ ਅੰਦਰ ਦੇ ਵਿੰਗ ਵਲ ਤਿਆਗ ਦੇ, ਆਪਣੀ ਸੋਚ ਦੇ ਵਿੰਗ ਵਲ ਤਿਆਗ ਦੇ, ਸਰਲ ਹੋ ਜਾ, ਸਿੱਧਾ ਹੋ ਜਾ। ਵੇਖ ਸੱਪ ਵੀ ਖੁੱਡ ਵਿੱਚ ਸਿੱਧਾ ਹੋਣ ਤੋਂ ਬਿਨਾਂ ਨਹੀਂ ਵੜ ਸਕਦਾ, ਇਸ ਲਈ ਤੂੰ ਵੀ ਸਿੱਧਾ ਹੋ। ਪਰਮਾਨੰਦ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਢਹਿ ਪਿਆ, ਮਾਫੀਆਂ ਮੰਗਦਾ ਏ, ਆਪਣੇ ਗੁਨਾਹਾਂ ਦਾ ਇਕਬਾਲ ਕਰਨ ਲੱਗਿਆ। ਪਾਤਸ਼ਾਹ ਅੱਗੇ ਤੋਂ ਤੁਹਾਡੇ ਅਨੁਸਾਰ ਹੀ ਜੀਵਨ ਜੀਵਾਂਗਾ, ਬਸ ਇੱਕ ਵਾਰ ਮੇਰੇ ਪੁੱਤਰ ਨੂੰ ਬਚਾ ਲਵੋ, ਮੇਰੀ ਝੋਲੀ ਉਸ ਦਾ ਜੀਵਨ ਪਾ ਦਿਓ, ਬਸ ਮੇਰਾ ਇਹ ਜੀਵਨ ਤੁਹਾਡੇ ਲੇਖੇ, ਤੁਹਾਡੇ ਅਨੁਸਾਰ ਹੀ ਜ਼ਿੰਦਗੀ ਬਤੀਤ ਕਰਾਂਗਾ। ਤਾਂ ਐਸੀਆਂ ਬੇਨਤੀਆਂ ਸੁਣ ਕੇ ਸੱਚੇ ਪਾਤਸ਼ਾਹ ਦਇਆ ਦੇ ਘਰ ਆਉਂਦੇ ਨੇ, ਮਿਹਰ ਦੇ ਘਰ ਆਉਂਦੇ ਨੇ, ਆਖਦੇ ਨੇ ਪਰਮਿਆ ਜਾ ਇਹ ਪ੍ਰਸਾਦ ਲੈ ਜਾ ਤੇ ਆਪਣੇ ਬੱਚੇ ਦੇ ਕੰਨ ਵਿੱਚ ਬੋਲ ਪਾਈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਮਿਹਰ ਹੋਵੇਗੀ। ਹੁਣ ਇਹ ਪਰਮਾਨੰਦ ਜਿਸ ਨੂੰ ਪੰਮਾ ਪੁਰੋਹਿਤ ਕਿਹਾ ਗਿਆ, ਜੋ ਦਿਖਾਉਂਦਾ ਕੁਝ ਹੋਰ ਸੀ, ਕਮਾਉਂਦਾ ਕੁਝ ਹੋਰ ਸੀ, ਅੱਜ ਸਿੱਧਾ ਹੋ ਗਿਆ ਹੈ। ਅੱਜ ਗੁਰੂ ਅੱਗੇ ਢਹਿ ਪਿਆ ਏ,
पातशाह दी बाणी समझाती है, मन मेरे भूले कपट न कीजे, अंत निबेरा तेरे जी पै लीजे। ਅਸੀਂ ਭੁੱਲਣ ਜੀਵ ਹਾਂ, ਮਾਇਆ ਦੇ ਭਰਮ ਵਿੱਚ ਭੁੱਲ ਜਾਂਦੇ ਹਾਂ ਕਿ ਇਸ ਜਿੰਦ ਨੂੰ ਕੀਤੇ ਕਰਮਾਂ ਦਾ ਲੇਖਾ ਦੇਣਾ ਪੈਂਦਾ ਹੈ। ਕਰਮਾਂ ਅਨੁਸਾਰ ਦੁੱਖ ਸੁੱਖ ਇਸ ਜੀਵਾਤਮਾ ਨੂੰ ਹੰਡਾਉਣਾ ਪੈਂਦਾ ਹੈ। ਬੀਜ ਬੀਜਣਾ ਸੌਖਾ ਹੈ ਤੇ ਵੱਢਣਾ ਔਖਾ ਹੋ ਜਾਂਦਾ ਹੈ। ਕਰਮ ਬੀਜਣੇ ਸੌਖੇ ਪਰ ਕਰਮਾਂ ਦਾ ਲੇਖਾ ਸਹਿਣਾ ਔਖਾ ਹੋ ਜਾਂਦਾ ਹੈ। सच्चाई है मंदा चंगा अपना, आपे ही कीता पावना। गुरु पातशाह किरपा करन के पम्मे दी तरह सानू भी बख्श लैन, साडियां भुल्लां भी बख्श लैन। गुरु दा ते सुभाव है, जो शरण आवे तिस कंठ लावे। जो उसदी शरणी पैंदा है ना, अपना आप त्याग के ढह पैंदा है गुरु दर ते, गुरु उस नूं गल नाल लगा भी लैंदा है। बड़ भागी मेरा तब मिले तां उतरे सब वियोग, नानक को प्रभ राख लिहे मेरे साहिब बंदी मोच। धन गुरु अमरदास जी महाराज दी शरण विच भाई लालू दुर्गा ते जीवन दा आए सन। जदों जीवन उधार दी बेनती करते ने कि पातशाह जीवन उधार दी जाच बख्शिश करो, तां पातशाह वचन करते ने कि भाई सारी कर्मां दी विचार है, चंगे कर्म करने चाहिए ने। चंगे कर्मां तो भाव की है कि साडे कर्मां द्वारा किसी दी हानि ना होवे, साडे कर्मां द्वारा सब दा भला होवे, कर्मां द्वारा दूजे दा भला होवे, किसी नूं दुख ना मिले, यही कर्मां दी विचार है। तुहाडे कोल धन है तां धन द्वारा भी परमेश्वर दे दर ते कबूल हो सकदे हो। धन नाल उपकार करो, किसी गरीब दी मदद करो, लोड़वंद दी लोड़ पूरी करो ते असीसां प्राप्त करो। इस शरीर नाल भी उपकार करो, शरीर नाल चंगे कर्म कमावो। इस जुबान नाल भी चंगे कर्म कमावो, जुबान दे नाल भले बोल बोलो जिन्हां दे नाल कोई दुखी ना होवे। भले बोल बोलो जिन्हां नाल दूजियां दा भला होवे। जुबान दे नाल ऐसे ज्ञानमयी वचन बोलो कि दूजियां नूं भी ज्ञान दृढ़ हो जाए। जुबान नाल भी चंगा कर्म करो, शरीर नाल भी चंगा कर्म करो ते अगली गल मन करके भी भला ही सोचो। मन करके भी किसी दा बुरा नहीं सोचना, मन विच भी किसी लई बुरा नहीं चितवना, मन करके भी सर्वत दे भले दी लोचा करनी है। तां इस तरह मन तन धन द्वारा चंगे कर्म कमावांगे, जीवन का उधार होएगा। मन बच कर्म दी विचार इस तरह शुभ अमला वाला जीवन बनाइए, परमेश्वर की बंदगी करिए ते जीवन का उधार हो जाएगा। कब तक होवे साध संग बिन सह सबे सोच। कब तक दे महीने विच साध संगत की प्राप्ति हो गई, सब दुख मिट गए। साध संगत विच केवल आ बैठना नहीं, सेई सुंदर सोहणे साध संग जिन पहने। हर तन जिनी संजया सेई गंभीर अपार जियो। सत संगत विच बैठ के शोभा पाउणी है, वडियाई पाउणी है, पर नाल भी की करना है, हरि धन खटना है, नाम धन खटना है। मिल संत सभा मन मांझिए, इस मन नूं मांझना भी है, औगणा दी मैल दूर करनी है। पातशाह किरपा करन ਇਹ ਪਾਵਨ ਵਿਚਾਰ ਸਾਡੇ ਹਿਰਦੇ ਘਰ ਵਿੱਚ ਵਸੇ। ਇਸ ਗੁਰੂ ਉਪਦੇਸ਼ ਨੂੰ ਦ੍ਰਿੜ ਕਰਕੇ ਕਮਾਈ ਕਰਕੇ ਅਸੀਂ ਆਪਣਾ ਜੀਵਨ ਸਫਲਾ ਬਣਾਈਏ।
आओ प्यार नाल शब्द सरवण करिए। बड़े भागी मेरा प्रभ मिले, बड़े भागी मेरा प्रभ मिले, बड़े भागी मेरा प्रभ मिले, बड़े भागी मेरा प्रभ मिले। ना उतरे सब वियोग, वियोग।
मेरा प्रभु मेरा, मेरा प्रभु मेरा, मेरा प्रभु मेरा। राम कली वाला दी जाना